ਸਾਰਾਗੜ੍ਹੀ ਦੀ ਲੜਾਈ ਨੂੰ ਅੱਜ 124 ਵਰ੍ਹੇ ਪੂਰੇ ਹੋ ਗਏ ਨੇ। ਇਸ ਇਤਿਹਾਸਿਕ ਲੜਾਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਫਿਰੋਜ਼ਪੁਰ ਵਿੱਚ ਇੱਕ ਸੂਬਾ ਪੱਧਰੀ ਪ੍ਰੋਗਰਾਮ ਕਰਵਾਇਆ। ਉਹ ਦਿਨ ਮਨਾ ਰਹੇ ਹਾਂ ਜੋ ਸਾਡੇ ਇਤਿਹਾਸ ਦੇ ਵਿੱਚ ਇੱਕ ਬੜਾ ਸੁਨਹਿਰੀ ਲਫ਼ਜ਼ਾਂ ਨਾਲ ਲਿਖਿਆ ਗਿਆ। ਇਹ ਉਹ ਇਤਿਹਾਸ 1897 ਦਾ, ਜਦੋਂ ਸਾਡੇ 22 ਸਿੰਘ ਹਮਲਾਰ ਈਸ਼ਰ ਸਿੰਘ ਦੇ ਅਧੀਨ ਪਰ ਕਮਾਂਡ ਦੇ ਹੇਠ ਉਹਨਾਂ ਨੇ ਆਪਣੀ ਸਾਰਾਗੜ੍ਹੀ ਕਿਲ੍ਹੇ ਦੀ ਰੱਖਿਆ ਕੀਤੀ ਔਰ ਆਪਣੀ ਸ਼ਹਾਦਤਾਂ ਦਿੱਤੀਆਂ। ਇਹ ਆਪਾਂ ਸਾਰਾ ਸੁਣਦੇ ਹਾਂ ਸਾਰਾਗੜ੍ਹੀ ਦੇ ਬਾਰੇ, ਬਹਾਦਰੀ ਕੀ ਹੋਈ, ਲੇਕਿਨ ਥੋੜ੍ਹੀ ਬਹੁਤ ਇਹ ਮੈਂ ਪਿਛੋਕੜੇ ਦਾ ਦੱਸਣਾ ਚਾਹੁੰਦਾ। ਕਿੱਥੇ ਸੀ ਸਾਰਾਗੜ੍ਹੀ? ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਕਹਿੰਦਾ ਸੀ ਉਸ ਨੂੰ, ਜਿੱਥੇ ਪਠਾਨਾਂ ਦਾ ਏਰੀਆ ਅਫਗਾਨਿਸਤਾਨ ਔਰ ਹਿੰਦੁਸਤਾਨ ਦੇ ਦਰਮਿਆਨ ਸੀ ਉਸ ਜ਼ਮਾਨੇ 'ਚ। ਔਰ ਉਹ ਪਠਾਨ ਏਰੀਆ ਉਸ ਦੇ ਉੱਪਰ ਬਹੁਤ ਪਠਾਨਾਂ ਦੇ ਪਿੰਡ ਸੀ ਔਰ ਉੱਥੇ ਇਹ ਇੱਕ ਕਈ ਸਾਡੇ ਕਿਲੇ ਬਣੇ ਹੋਏ ਸੀ। ਉੱਥੇ ਇੱਕ ਸਮੇਂ ਆਇਆ 1897 ਵਿੱਚ ਕਿ ਉੱਥੇ ਦੇ ਕੁਝ ਧਾਰਮਿਕ ਲੋਕਾਂ ਨੇ ਉੱਠ ਕੇ ਉੱਥੇ ਹਲਚਲ ਸ਼ੁਰੂ ਕਰ ਦਿੱਤੀ ਔਰ ਉਸ ਹਲਚਲ ਵਿੱਚ ਫਿਰ ਗਵਰਨਮੈਂਟ ਆਫ ਇੰਡੀਆ ਨੇ ਇੱਕ ਫੋਰਸ ਭੇਜੀ ਜਨਰਲ ਲੌਕਹਾਰਟ ਦੇ ਅਧੀਨ ਕਿ ਜਾ ਕੇ ਉਹਨਾਂ ਨੂੰ ਕਾਬੂ ਕਰੋ ਉੱਥੇ। ਔਰ ਉਹ ਫੋਰਸ 4 ਕਾਲਮਾਂ 'ਚ ਗਈ ਔਰ ਮੈਨੂੰ ਖੁਸ਼ੀ ਹੈ ਕਹਿੰਦੇ ਕਿ ਉਹ ਚਾਰੋਂ ਕਾਲਮਾਂ ਦੇ ਵਿੱਚ ਇੱਕ ਸਾਡੀ ਸਿੱਖ ਪਲਟਨ ਉਹਦੇ ਵਿੱਚ ਕੱਲੇ ਦੇ ਵਿੱਚ ਸੀ। ਫਸਟ ਸਿੱਖ ਉਦੋਂ ਸੀ 14 ਫਿਰੋਜ਼ਪੁਰ, ਸੈਕੰਡ ਜੋ ਮੇਰੀ ਸੀ ਉਹ ਸੀ 15 ਲੁਧਿਆਣਾ, ਥਰਡ ਜੋ 53 ਸੀ 45 ਸੀ ਉਹ ਸੀ ਰੈਟਰੀਜ਼, ਔਰ 4 ਨੰਬਰ ਜੋ ਅੱਜ ਹੈ 4 ਸਿੱਖ ਉਹ ਸੀ 36 ਨੰਬਰ। ਔਰ ਉਹਨਾਂ ਨੇ ਡਿਫੈਂਸ ਕੀਤੀ। ਥਰਡ ਸਿੱਖ ਨੂੰ ਭੇਜ ਦਿੱਤਾ ਚਕਦਾਰਾ ਡਿਫੈਂਸ ਵਾਸਤੇ, ਉਹ ਕਿਲਾ ਸੀ ਉੱਥੇ। ਫਸਟ ਸਿੱਖ ਗਈ ਚਿਤਰਾਲ ਦੇ ਡਿਫੈਂਸ ਵਾਸਤੇ। ਸੈਕੰਡ ਸਿੱਖ ਗਈ ਮਲਾਕੰਡ ਦੇ ਉੱਪਰ ਜਿੱਥੇ ਕਿਲੇ ਲਿੱਤੇ ਗਏ ਸੀ ਅਫਰੀਦੀਆਂ ਔਰ ਔਰਕਜ਼ਾਈਆਂ ਦੇ, ਉਹਨਾਂ ਨੂੰ ਵਾਪਸ ਲੈਣ ਵਾਸਤੇ। ਔਰ ਖੱਬੇ ਪਾਸੇ ਜਦੋਂ ਇੱਕ ਔਰਮ ਜਾ ਰਹੀ ਸੀ ਉੱਪਰ ਮਲਾਕੰਡ ਦੇ ਸਾਈਡ ਖੱਬੇ ਪਾਸੇ ਨੂੰ ਇੱਕ ਬੜੀ ਵੈਲੀ ਜਾਂਦੀ ਸੀ, ਜਿਹੜੀ ਜਾਂਦੀ ਸੀ ਅੱਗੇ। ਔਰ ਇਹਨਾਂ ਦੀ ਜਨਰਲ ਲੌਕਹਾਰਟ ਦਾ ਇਹ ਫੈਸਲਾ ਸੀ ਕਿ ਉਸ ਵੈਲੀ ਦੇ ਅਖੀਰ 'ਚ ਜਾ ਕੇ ਸੱਜੇ ਪਾਸੇ ਨੂੰ ਇੱਕ ਪਾਸ ਚੱਲਦਾ ਸੀ, ਚਗਰਾ ਕੋਟਲੂ ਪਾਸ, ਉਹਦੇ ਰਾਹੀਂ ਜਾ ਕੇ ਇਹ ਪਠਾਨਾਂ ਦੇ ਗੜ੍ਹ ਦੇ ਵਿੱਚ ਜਾ ਕੇ ਉੱਥੇ ਆਪਣੀ ਫੋਰਸ ਨੂੰ ਲੈ ਕੇ ਜਾਣ। ਸੱਜੇ ਪਾਸੇ ਸੀ ਸਮਾਣਾ ਰਿਜ ਔਰ ਖੱਬੇ ਪਾਸੇ ਸੀ ਦਰਗਾਈ ਫੀਚਰ, ਜਿੱਥੇ ਇੱਕ ਬ੍ਰਿਗੇਡ ਦੀ ਬੈਟਲ ਚੱਲ ਰਹੀ ਸੀ ਦਰਗਾਈ। 4 ਵਿਕਟੋਰੀਆ ਕ੍ਰਾਸ ਮਿਲੇ ਉਸ ਬੈਟਲ ਦੇ ਵਿੱਚ। ਔਰ ਇਹ ਸੱਜੇ ਪਾਸੇ ਇਸ ਨਾਲੇ ਦੇ ਸਮਾਣਾ ਰਿਜ ਸੀ ਜਿੱਥੇ 2 ਕਿਲੇ ਸੀ, ਇੱਕ ਲੌਕਹਾਰਟ ਔਰ ਇੱਕ ਗੁਲਿਸਤਾਨ। ਔਰ ਇਹ 4 ਸਿੱਖ ਨੂੰ 36 ਨੰਬਰ ਨੂੰ ਦਿੱਤੀ ਗਈ ਸੀ ਡਿਫੈਂਸ ਵਾਸਤੇ। ਹੁਣ ਲੌਕਹਾਰਟ ਔਰ ਗੁਲਿਸਤਾਨ ਦੇ ਦਰਮਿਆਨ ਕੋਈ ਉਹਨਾਂ ਦੀ ਨਿਗਾਹ ਦਾ ਕੰਟੈਕਟ ਨਹੀਂ ਸੀ, ਆਈ ਕੰਟੈਕਟ ਨਹੀਂ ਸੀ, ਕਿਉਂਕਿ ਵਿੱਚ ਪਹਾੜੀ ਆਉਂਦੀ ਸੀ। ਤੇ ਉਸ ਪਹਾੜੀ ਦੇ ਉੱਪਰ ਜਾ ਕੇ ਇੱਕ ਕਿਲਾ ਬਣਾਇਆ, ਇੱਕ ਆਬਜ਼ਰਵੇਸ਼ਨ ਪੋਸਟ ਬਣਾਈ ਜਿਹਦਾ ਨਾਮ ਸੀ ਸਾਰਾਗੜ੍ਹੀ। ਔਰ ਉਹਨਾਂ ਦਾ ਕੰਮ ਸੀ ਇੱਕ ਦਾ ਨੈਚੁਰਲੀ ਉਸ ਏਰੀਆ ਦਾ ਡਿਫੈਂਸ, ਇੱਕ ਪਲਟੂਨ ਦਾ ਪੋਜੀਸ਼ਨ ਸੀ ਉਹ ਰੱਖਣ ਨੂੰ, ਔਰ ਨਾਲੇ ਦੂਸਰਾ ਕਮਿਊਨੀਕੇਸ਼ਨ ਗੁਲਿਸਤਾਨ ਔਰ ਲੌਕਹਾਰਟ ਦੇ ਦਰਮਿਆਨ ਕਮਿਊਨੀਕੇਸ਼ਨ ਪੋਸਟ ਸੀਗਾ ਇਹ ਦੇਖਣ ਵਾਸਤੇ। ਔਰ ਪਤਾ ਜਦੋਂ ਖਬਰ ਆਈ ਕਿ ਉਧਰਲੇ ਪਾਸਿਓਂ ਬੜੇ ਇਕੱਠੇ ਹੋ ਰਹੇ ਨੇ ਅਫਰੀਦੀ ਔਰ ਔਰਕਜ਼ਾਈ, ਉਹਨਾਂ ਨੇ ਫਿਰ 4 ਸਿੱਖ ਨੂੰ ਇੱਥੇ ਭੇਜਿਆ ਔਰ ਦੋਨੋਂ ਕੋਈ 165 ਜਵਾਨ ਸੇ ਮੇਜਰ ਡੇਵੋ ਦੇ ਕੋਲ ਗੁਲਿਸਤਾਨ 'ਚ, ਬਾਕੀ ਕਰਨਲ ਹੌਟਨ ਜੋ ਉਹਨਾਂ ਦੇ ਕਮਾਂਡਿੰਗ ਆਫਿਸਰ ਸੇ ਉਹ ਲੌਕਹਾਰਟ ਦੇ ਵਿੱਚ ਸੇ। ਔਰ ਕਰਨਲ ਹੌਟਨ ਨੇ ਹੌਲਦਾਰ ਈਸ਼ਰ ਸਿੰਘ ਨੂੰ ਔਰ 22 ਬੰਦੇ ਭੇਜੇ, 21 ਆਪਣੀ ਪਲਟਨ ਦੇ ਜਵਾਨ ਔਰ ਇੱਕ ਉਹਨਾਂ ਦਾ NCE ਨਾਨ ਕੰਬੈਟੈਂਟ ਇਨਰੋਲਡ ਜਿਹੜਾ ਉਹਨਾਂ ਦਾ ਲੰਗਰ ਚਲਾ ਰਿਹਾ ਸੀਗਾ, ਉਹਦਾ ਨਾਮ ਸੀ ਸਿਪਾਹੀ ਦਾਦ। ਸੋ ਇਹ ਉੱਥੇ ਸੀ ਜਦੋਂ ਸਵੇਰੇ ਦਾ ਵੇਲਾ ਆਇਆ। ਜਦੋਂ 12 ਸਤੰਬਰ ਨੂੰ ਅੱਜ ਦੇ ਦਿਨ ਸਵੇਰੇ 9 ਵਜੇ ਤੇ ਥੋੜ੍ਹਾ ਪਹਿਲਾਂ ਇੱਕ ਚਿੱਟੀ ਝੰਡੀ ਦੇ ਹੇਠ ਆਇਆ ਪਠਾਨ ਲੀਡਰ ਔਰ ਕਹਿੰਦਾ ਤੁਸੀਂ ਇਹ ਖਾਲੀ ਕਰੋ। ਤੇ ਈਸ਼ਰ ਸਿੰਘ ਨੇ ਉਹਨੂੰ ਭਜਾਤਾ ਉੱਥੋਂ ਠੇਠ ਪੰਜਾਬੀ 'ਚ। ਔਰ ਉਸ ਤੋਂ ਬਾਅਦ ਫਿਰ 2 ਬੰਦੇ ਫਿਰ ਆਏ ਪਠਾਨ ਔਰ ਇਸ ਦਾਦ ਨੂੰ ਬੁਲਾਇਆ ਉਹਨਾਂ ਨੇ ਬਾਹਰ ਕਿ ਤੂੰ ਇੱਥੇ ਮਰੇਂਗਾ ਕਿਉਂ, ਤੂੰ ਚੱਲ ਸਾਡੇ ਨਾਲ।
ਉਹਨਾਂ ਨੂੰ ਭਜਾਤਾ। ਉਹ ਰਿਸ਼ਤੇਦਾਰ ਸੇ ਦਾਦ ਦਾ ਪਿੰਡ ਉਹਦੇ ਨੇੜੇ ਹੀ ਸੀ, ਉੱਥੇ ਕਿਤੇ ਕੋਈ ਮੀਲ 1.5 ਮੀਲ ਦੇ ਦਰਮਿਆਨ ਹੀ, ਔਰ ਉਹ ਜਾਣਦੇ ਸੇ ਕੌਣ ਹੈ। ਔਰ ਉਹਨਾਂ ਨੇ ਭਜਾਤਾ ਕਿ ਮੈਂ ਤਾਂ ਆਪਣੀ ਪਲਟਨ ਦੇ ਨਾਲ ਹੀ ਰਹੂੰਗਾ। ਔਰ ਉਹ ਚਲੇ ਗਏ। ਔਰ ਫਿਰ 9 ਵਜੇ ਦੇ ਕਰੀਬ ਪਹਿਲਾ ਹਮਲਾ ਹੋਇਆ। ਔਰ ਇਹਨਾਂ ਨੇ ਜਦੋਂ ਘੇਰਾ ਪੈ ਰਿਹਾ ਸੀ, ਘੇਰਾ ਪੂਰੀ ਤਰਫ ਤੋਂ, ਹਵਲਦਾਰ ਈਸ਼ਰ ਸਿੰਘ ਨੇ ਇੱਕ ਸਿਗਨਲ ਭੇਜਿਆ। ਸਿਗਨਲਰ ਸੀ ਸਿਪਾਹੀ ਗੁਰਮੁਖ ਸਿੰਘ। ਉਹਦੇ ਰਾਹੀਂ ਕਿ ਅਸੀਂ ਘੇਰੇ 'ਚ ਆ ਰਹੇ ਹਾਂ, ਤੁਸੀਂ ਹੁਕਮ ਦਿਓ। ਹੁਕਮ ਦਿੱਤਾ ਕਿ ਤੂੰ ਆਪਣੀ ਪੋਜੀਸ਼ਨ ਹੋਲਡ ਕਰ ਔਰ ਤੂੰ ਹਿੱਲਣਾ ਨਹੀਂ ਉੱਥੋਂ। ਔਰ ਉਹਨੇ ਫਿਰ ਪਤਾ ਲੱਗਿਆ ਕਿ ਹੁਣ ਤਾਂ ਮੇਰੇ ਅੰਤਮ ਦਿਨ ਆ ਗਏ ਨੇ। ਉਹਨੇ ਆਪਣੀ ਡਿਫੈਂਸ ਜੋ ਕੁਝ ਕਰ ਸਕਦਾ ਸੀ ਉਹਦੇ ਵਿੱਚ ਆਪਣੇ ਜਵਾਨਾਂ ਨੂੰ ਸਾਰਿਆਂ ਨੂੰ ਲਾਇਆ। ਔਰ ਉਹ ਜੰਗ ਸ਼ੁਰੂ ਹੋਇਆ 9 ਵਜੇ ਔਰ 3:45 ਵਜੇ ਤੱਕ ਇਹ ਜੰਗ ਚੱਲਿਆ। ਐਮੂਨੀਸ਼ਨ ਇਹਨਾਂ ਕੋਲ ਇੰਨਾ ਜ਼ਿਆਦਾ ਨਹੀਂ ਸੀ। 100 ਰਾਊਂਡ ਸੇ ਪਾਊਚ ਐਮੂਨੀਸ਼ਨ ਔਰ 400 ਰਾਊਂਡ ਪਰ ਪਰਸਨ, ਇੱਕ ਬੰਦੇ ਦੇ ਵਾਸਤੇ ਪਲਟੂਨ ਰਿਜ਼ਰਵ ਸੀ। ਔਰ ਇਹਨਾਂ ਨੇ ਇਹ 500 ਰਾਊਂਡ ਇੱਕ ਜਵਾਨ ਦੇ ਕੋਲ ਸੀ। ਔਰ ਉਹ ਜਦੋਂ 12-1 ਵਜੇ ਦੇ ਕਰੀਬ ਕਿਹਾ ਕਿ ਸਾਡਾ ਐਮੂਨੀਸ਼ਨ ਘੱਟ ਰਿਹਾ, ਤੁਸੀਂ ਸਾਨੂੰ ਕੋਈ ਹੈਲਪ ਭੇਜੋ, ਐਮੂਨੀਸ਼ਨ ਭੇਜੋ। ਕੋਸ਼ਿਸ਼ ਕੀਤੀ ਕਰਨਲ ਹੌਟਨ ਨੇ 2-3 ਵਾਰ ਬੰਦਿਆਂ ਨੂੰ ਭੇਜਣ ਦੀ, ਲੇਕਿਨ ਪਹੁੰਚ ਨਹੀਂ ਸਕੇ। ਘੇਰਾ ਬੜਾ ਇਹਨਾਂ ਦਾ ਪਿਆ ਹੋਇਆ ਸੀ, ਔਰ ਕਜ਼ਾਈਆਂ ਦਾ ਔਰ ਫਰੀਦੀਆਂ ਦਾ। ਤੋ ਇਹਨਾਂ ਨੂੰ ਪਤਾ ਲੱਗਿਆ ਫਿਰ ਹਵਲਦਾਰ ਈਸ਼ਰ ਨੂੰ ਕਿ ਬਸ ਹੁਣ ਅੰਤਮ ਟਾਈਮ ਆ ਗਿਆ ਹੈ। ਤੇ ਉਹਨੇ ਬੇਨਟ ਫਿਕਸ ਕਰਾਏ। ਔਰ ਇਹ ਉਦੋਂ ਹਵਾ ਚੱਲੀ ਇੱਕ ਪਾਸਿਓਂ, ਘਾਹ ਨੂੰ ਫੂਕ ਕੇ ਉਹ ਜਦੋਂ ਧੂੰਆਂ ਉਧਰੋਂ ਆ ਰਿਹਾ ਸੀ ਤਾਂ ਇੱਕ ਸਮੋਕ ਸਕਰੀਨ ਜੀ ਬਣ ਗਈ ਸੀਗੀ। ਉਦੋਂ ਪਠਾਨਾਂ ਨੇ ਹਮਲਾ ਕੀਤਾ, ਤੋੜਨ ਦੀ ਕੋਸ਼ਿਸ਼ ਕੀਤੀ ਦਰਵਾਜ਼ੇ ਦੀ, ਗੋਲੀਆਂ ਚੱਲੀਆਂ, ਲੜਾਈ ਚੱਲਦੀ ਰਹੀ। ਔਰ 3:45 ਵਜੇ ਦੇ ਕਰੀਬ, 3:30 ਦੇ ਕਰੀਬ ਗੁਰਮੁਖ ਸਿੰਘ, ਸਾਰੇ ਸ਼ਹੀਦ ਹੋ ਗਏ ਸੇ। ਗੁਰਮੁਖ ਸਿੰਘ ਨੇ ਆਪਣੀ ਲਾਸਟ ਸਿਗਨਲ ਕੀਤੀ ਕਰਨਲ ਹੌਟਨ ਨੂੰ ਕਿ ਹੁਣ ਸਾਰੇ ਆ ਗਏ ਨੇ ਅੰਦਰ ਔਰ ਸਾਰੇ ਸ਼ਹੀਦ ਹੋ ਗਏ ਨੇ। ਹੁਣ ਮੈਂ ਹੁਕਮ ਚਾਹੁੰਦਾ ਤਾਂ ਉੱਥੋਂ ਕਿ ਮੈਂ ਆਪਣਾ ਸਿਗਨਲ ਇਕੁਇਪਮੈਂਟ ਹੀਲੀਓ ਹੁੰਦਾ ਸੀ ਜਿਹੜੀ ਉਹ ਇਸਤੇਮਾਲ ਕਰਦੇ ਸੀ, ਉਹਨੂੰ ਰੱਖਦਾ ਔਰ ਆਪਣੀ ਰਾਈਫਲ ਚੱਕਦਾ। ਅਤੇ ਉਹਨਾਂ ਨੂੰ ਹੁਕਮ ਉਹਨੂੰ ਦੱਸਤਾ ਦਿੱਤਾ ਗਿਆ ਕਿ ਤੂੰ ਹਾਂ ਆਪਣੀ ਰਾਈਫਲ ਚੱਕ ਲੈ। ਔਰ ਅਖੀਰਲਾ ਬੰਦਾ ਜਿਹੜਾ ਉੱਥੇ ਸ਼ਹੀਦ 2 ਹੋਏ, ਇੱਕ ਦਾਦ ਦੀ ਸਮਝਣ ਵਾਲੀ ਗੱਲ ਹੈ ਕਿ ਉਦੋਂ NCCs ਨੂੰ ਹੁਕਮ ਨਹੀਂ ਸੀ ਬੰਦੂਕ ਚੱਕਣ ਦਾ, ਲੇਕਿਨ ਜਦੋਂ ਉਹਨੇ ਦੇਖੇ ਕਿ ਸਾਰੇ ਕਿਤੇ ਸ਼ਹੀਦ ਹੋ ਗਏ ਨੇ, ਉਹਨੇ ਚੱਕ ਲਈ ਬੰਦੂਕ। ਔਰ ਜੋ ਰਿਕਾਰਡ ਦੇ ਮੁਤਾਬਿਕ ਹੈ ਕਿ ਉਸਨੇ 5 ਅਫਰੀਦੀਆਂ ਨੂੰ ਮਾਰਿਆ ਔਰ ਫਿਰ ਉਹ ਆਪ ਸ਼ਹੀਦ ਹੋਇਆ। ਗੁਰਮੁਖ ਸਿੰਘ ਵੀ ਥੱਲੇ ਆ ਗਿਆ, ਉਹ ਵੀ ਅਖੀਰਲੇ ਵਿੱਚ ਸ਼ਹੀਦ ਹੋ ਗਿਆ। ਫਿਰ ਇਹਨਾਂ ਨੇ ਅੱਗ ਗੁਲਾਤੀ ਇਹ ਜਿਹੜੇ ਅਫਰੀਦੀ ਔਰ ਕਜ਼ਾਈ ਨੇ, ਔਰ ਉਹ ਕਿਲਾ ਫੂਕਤਾ। ਸਿਰਫ ਪੱਥਰ ਦੀ ਦੀਵਾਰਾਂ ਖੜੀਆਂ ਰਹਿ ਗਈਆਂ, ਸਭ ਕੁਝ ਬਾਕੀ ਫੂਕਤਾ ਉਸਦਾ। ਇਹ ਸੀ ਬਹਾਦਰੀ। ਇੱਕ ਬਾਰ ਇਹਨਾਂ ਨੂੰ ਕਿਹਾ ਗਿਆ ਤੁਸੀਂ ਆਪਣੇ ਹਥਿਆਰ ਰੱਖ ਦਿਓ। ਇੱਕ ਬੰਦਾ ਨਹੀਂ ਉਹਦੇ ਵਾਸਤੇ ਤਿਆਰ ਹੋਇਆ, ਮਰੇ, ਸ਼ਹੀਦ ਹੋਏ। ਔਰ 10ਵੇਂ ਪਾਤਸ਼ਾਹ ਦੇ ਹੁਕਮਾਂ ਤੇ ਜਦ ਆਗ ਕੀ ਅਵਧ ਨਜ਼ਾਰ ਬਣੇ ਤਾਂ ਅਤ ਹੀ ਰਣ ਮੇ ਤਬ ਜੂਝ ਮਰੂ, ਕਿ ਮੇਰਾ ਜਦੋਂ ਇਹ ਅਕਾਲ ਪੁਰਖ ਅਖੀਰਲਾ ਸਮੇਂ ਆਉਂਦਾ ਹੈ, ਜੰਗ ਵਿੱਚ ਮੈਂ ਸ਼ਹੀਦ ਹੋਵਾਂ। ਇਹ ਸਾਡੀ ਸਿੱਖ ਰੈਜੀਮੈਂਟ ਦਾ ਅੱਜ ਅਸੀਂ ਅਰਦਾਸ ਕਰਦੇ ਹਾਂ ਜਦੋਂ ਵੀ ਅਸੀਂ ਕਿਤੇ ਵੀ ਜਾਂਦੇ ਹਾਂ। ਔਰ ਮੈਨੂੰ ਬੜੀ ਖੁਸ਼ੀ ਹੈ ਅੱਜ ਕਿ ਮੈਂ 4 ਸਿੱਖ ਦੇ 36 ਨੰਬਰ, ਮੈਂ ਕਹਿੰਦਾ ਉਹਨੂੰ 36 ਨੰਬਰ ਦੇ ਇਸ ਦਿਹਾੜੇ 'ਤੇ ਮੈਂ ਤੁਹਾਡੇ ਨਾਲ ਹੈ। ਪਹੁੰਚਣਾ ਮੈਨੂੰ ਚਾਹੀਦਾ ਸੀ, ਲੇਕਿਨ ਰਾਤ ਹੀ ਇੱਥੇ ਬਾਰਿਸ਼ ਪੈ ਰਹੀ ਹੈ, ਨਹੀਂ ਚੰਡੀਗੜ੍ਹ ਵਿੱਚ ਹੈਲੀਕਾਪਟਰ ਨਹੀਂ ਜਾ ਸਕਦਾ ਸੀ ਅੱਜ। ਨਹੀਂ, ਮੈਂ ਜ਼ਰੂਰ ਪਹੁੰਚਣ ਦੀ ਕੋਸ਼ਿਸ਼ ਕਰਦਾ ਤੁਹਾਡੇ ਕੋਲ। ਇੰਨਾ ਹੀ ਮੈਂ ਕਹਿ ਸਕਦਾ ਕਿ ਮੈਨੂੰ ਖੁਸ਼ੀ ਹੈ ਕਿ ਇਸ ਦਿਨ ਨੂੰ ਆਪਾਂ ਮਨਾ ਰਹੇ ਹਾਂ। ਜਦੋਂ ਕੋਈ ਸਿੰਘ ਸ਼ਹੀਦ ਹੁੰਦਾ, ਖੁਸ਼ੀ ਮਨਾਉਂਦੇ ਹੁੰਦੇ ਆਪਾਂ। ਔਰ 100 ਇੰਨੇ ਜੈਸੇ ਬ੍ਰਿਗੇਡੀਅਰ ਸਾਹਿਬ ਨੇ ਤੁਹਾਨੂੰ ਦੱਸਿਆ ਕਿੰਨੇ ਸਾਲ ਹੋ ਗਏ ਨੇ, ਲੇਕਿਨ ਬਹਾਦਰੀ ਵਾਸਤੇ ਸਾਲ ਨਹੀਂ ਹੁੰਦੇ। ਬਹਾਦਰੀ ਸਦਾ ਵਾਸਤੇ ਹੀ ਲੋਕ ਯਾਦ ਰੱਖਦੇ ਨੇ, ਔਰ ਈਸ਼ਰ ਸਿੰਘ ਦਾ ਨਾਮ ਸਦਾ ਹੀ ਜਾਏਗਾ। ਅੱਜ ਅਸੀਂ ਇਹ ਦੱਸਿਆ ਮੈਨੂੰ ਕਿ ਇੱਥੇ ਇੱਕ ਯਾਦਗਾਰ ਬਣਾ ਰਹੇ ਨੇ। ਸਾਡਾ ਗੁਰਦੁਆਰਾ ਸਾਹਿਬ ਹੈ ਜਿਹੜਾ ਸਾਹਮਣੇ ਮੈਂ ਦੇਖ ਰਿਹਾ, ਇਹ ਉਹਨਾਂ ਦੀ ਯਾਦਗਾਰ ਉਦੋਂ ਬਣਾਈ ਸੀ। ਇੱਕ ਅੰਮ੍ਰਿਤਸਰ ਬਣਾਈ ਸੀ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ। ਔਰ ਅੱਜ ਖੁਸ਼ੀ, ਮੈਂ ਅੱਜ ਅਖਬਾਰ 'ਚ ਪੜ੍ਹਿਆ ਕਿ UK ਵਿੱਚ ਵੁਲਵਰਹੈਂਪਟਨ ਵਿੱਚ ਇੱਕ ਹੌਲਦਾਰ ਈਸ਼ਰ ਸਿੰਘ ਦਾ ਉੱਥੇ ਸਟੈਚੂ ਬਣਾ ਰਹੇ ਨੇ। ਔਰ ਉਹ ਕੁਛ ਤਾਂ ਸੰਗਤ ਨੇ ਪੈਸੇ ਕੀਤੇ ਨੇ, ਕੁਛ ਵੁਲਵਰਹੈਂਪਟਨ ਦੀ ਜਿਹੜੀ ਕਾਰਪੋਰੇਸ਼ਨ ਹੈ ਉਹਨਾਂ ਨੇ ਪੈਸੇ ਦਿੱਤੇ ਨੇ। ਔਰ ਅੱਜ ਦੇ ਦਿਨ ਉਹਨੂੰ ਵੀ ਉਹ ਯਾਦਗਾਰ ਨੂੰ ਸਾਰੀ ਦੁਨੀਆ ਦੇ ਸਾਹਮਣੇ ਰੱਖਿਆ ਜਾਵੇਗਾ। ਤੋ ਇਹ ਯਾਦਗਾਰਾਂ ਸਿੰਘਾਂ ਦੀਆਂ ਔਰ ਬਹਾਦਰਾਂ ਦੀਆਂ, ਚਾਹੇ ਕੋਈ ਵੀ ਹੋਣ, ਹਿੰਦੁਸਤਾਨ ਦੀ ਫੌਜ ਦੇ ਨੇ। ਸਾਡੇ
ਸਾਡੇ ਲੋਕ ਨੇ ਔਰ ਮੈਨੂੰ ਖੁਸ਼ਨਸੀਬੀ ਕਿ ਮੇਰੀ ਰੈਜੀਮੈਂਟ ਦੇ ਨੇ ਔਰ ਕਿ ਮੈਂ ਅੱਜ ਇਸ ਦਿਨ 'ਚ ਤੁਹਾਡੇ ਨਾਲ ਹੋ ਸਕਿਆ। ਵਾਹਿਗੁਰੂ ਕਰੇ ਉਹਨਾਂ ਨੂੰ ਪਰਿਵਾਰਾਂ ਨੂੰ ਸੁਖੀ ਰੱਖਣ ਔਰ ਉਹ ਜਿਹੜੀ ਸਾਡੀਆਂ ਬਹਾਦਰ ਸ਼ਖਸੀਅਤਾਂ ਉਹਨਾਂ ਦੇ ਆਪਣੇ ਸੱਚੇ ਦਰਬਾਰ 'ਚ ਪਹੁੰਚੇ ਹੋਏ ਨੇ ਆਪਣੇ ਚਰਨਾਂ 'ਚ ਨਵਾਜਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਹਿੰਦ। ਇਸ ਮੌਕੇ ਵਿਸ਼ੇਸ਼ ਤੌਰ ਤੇ ਗੁਰਬਾਣੀ ਕੀਰਤਨ ਕਰਵਾਇਆ ਗਿਆ ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਇਸ ਲੜਾਈ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਅੱਜ ਦਾ ਸੁਨਹਿਰੀ ਦਿਨ ਯਾਦ ਕਰਕੇ ਹਰ ਪੰਜਾਬੀ ਦਾ ਦਿਲ ਮਾਣ ਨਾਲ ਭਰ ਜਾਂਦਾ ਹੈ। ਬਿਊਰੋ ਰਿਪੋਰਟ, ਦਾ ਖਾਲਿਸ ਟੀਵੀ।